प्यारे बच्चों, गुड मॉर्निंग। गवर्नमेंट सीनियर सैकेंडरी स्कूल घियाला दा मैं BT जोगिंदर सिंह। ਅੱਜ ਤੁਹਾਡੇ ਨਾਲ ਆਪਾਂ ਯੂਨਿਟ 1 ਦੇ ਸੈਸ਼ਨ 5 ਦੇ ਲੈਸਨ ਪ੍ਰਭਾਵਸ਼ਾਲੀ ਸੰਚਾਰ ਵਿੱਚ ਪੈਣ ਵਾਲੀਆਂ ਰੁਕਾਵਟਾਂ ਦੇ ਬਾਰੇ ਪੜਾਂਗੇ। ਜਿਵੇਂ ਕਿ ਅਸੀਂ ਇਸ ਤੋਂ ਪਹਿਲੇ ਸੰਚਾਰ ਦੇ ਬਾਰੇ ਪੜ੍ਹ ਚੁੱਕੇ ਹਾਂ। ਸੰਚਾਰ ਦਾ ਕੀ ਅਰਥ ਹੈ, ਮੈਂ ਇਸ ਨੂੰ ਦੁਬਾਰੇ ਫਿਰ ਤੁਹਾਡੇ ਸਾਹਮਣੇ ਦੁਹਰਾਈ ਕਰ ਦਿੰਦਾ ਹਾਂ। ਸੰਚਾਰ ਦਾ ਅਰਥ ਹੈ ਮੌਖਿਕ ਲਿਖਿਤ ਰੂਪਾਂ ਵਿੱਚ ਆਪਣੇ ਵਿਚਾਰਾਂ, ਭਾਵਨਾ ਅਤੇ ਤੱਤਾਂ ਨੂੰ ਪ੍ਰਗਟ ਕਰਨ ਦੀ ਯੋਗਤਾ ਨੂੰ ਸੰਚਾਰ ਕਿਹਾ ਜਾਂਦਾ ਹੈ। ਉਹਦੇ ਬਾਅਦ ਆਪਾਂ ਪੜ੍ਹਿਆ ਸੀ ਸੰਚਾਰ ਦੇ ਮਾਧਿਅਮ ਕਿਹੜੇ ਹਨ, ਜਿਵੇਂ ਕਿ ਟੈਲੀਫੋਨ, ਰੇਡੀਓ ਸੈੱਟ, ਵੀਡੀਓ ਕਾਨਫਰੰਸਿੰਗ, ਪੰਤਰ, ਈਮੇਲ, ਰਿਪੋਰਟਾਂ ਆਦਿ ਸੰਚਾਰ ਮਾਧਿਅਮ ਹਨ। ਉਸ ਦੇ ਬਾਅਦ ਅਸੀਂ ਪੜ੍ਹਿਆ ਸੀ ਸੰਚਾਰ ਦੇ ਤੱਤ। ਸੰਚਾਰ ਦੇ ਤੱਤਾਂ ਵਿੱਚ ਅਸੀਂ ਪੜ੍ਹਿਆ ਸੀ ਸੁਨੇਹਾ ਭੇਜਣ ਵਾਲਾ, ਜਿਸ ਨੂੰ ਸੈਂਡਰ ਕਿਹਾ ਜਾਂਦਾ ਹੈ। ਸੁਨੇਹਾ ਮੈਸੇਜ ਮਾਧਿਅਮ, ਜਿਹਦੇ ਰਾਹੀਂ ਅਸੀਂ ਆਪਣਾ ਸੁਨੇਹਾ ਭੇਜਦੇ ਹਾਂ। ਰਿਸੀਵਰ, ਜਿਹੜਾ ਸੁਨੇਹੇ ਨੂੰ ਪ੍ਰਾਪਤ ਕਰਦਾ ਹੈ। ਪ੍ਰਤੀਪੁਸ਼ਟੀ, ਰਿਸੀਵਰ ਜਿਹੜਾ ਆਪਣੀ ਪ੍ਰਤੀਕਿਰਿਆ ਦਿੰਦਾ ਹੈ। ਇਹਦੇ ਨਾਲ ਨਾਲ ਅਸੀਂ ਸੰਚਾਰ ਚੱਕਰ ਦੇ ਬਾਰੇ ਸਾਰਾ ਕੁਝ ਗਿਆਨ ਪ੍ਰਾਪਤ ਕਰ ਲਿਆ ਸੀ। ਅੱਜ ਅਸੀਂ ਉਹ ਤੋਂ ਅੱਗੇ ਇਹ ਚਰਚਾ ਕਰਦੇ ਹਾਂ ਕਿ ਪ੍ਰਭਾਵਸ਼ਾਲੀ ਸੰਚਾਰ ਕਿਸ ਨੂੰ ਕਿਹਾ ਜਾਂਦਾ ਹੈ। ਹੁਣ ਪ੍ਰਭਾਵਸ਼ਾਲੀ ਸੰਚਾਰ ਦਾ ਹੀ ਇੱਕ ਮੁੱਖ ਭਾਗ ਹੈ, ਜਿਸ ਨੂੰ ਕੋਈ ਵੀ ਸੈਂਡਰ ਜ਼ੁਬਾਨੀ, ਗੈਰ ਜ਼ੁਬਾਨੀ ਅਤੇ ਸੰਕੇਤਾਂ ਦੇ ਨਾਲ ਰਿਸੀਵਰ ਨੂੰ ਆਪਣੇ ਅਸਰਦਾਰ ਤਰੀਕੇ ਦੇ ਨਾਲ ਸਮਝਾਉਂਦਾ ਹੈ। ਇਹ ਪ੍ਰਭਾਵਸ਼ਾਲੀ ਸੰਚਾਰ ਵਿੱਚ ਜਿਹੜੇ ਸਿਧਾਂਤ ਹਨ ਉਹ 7C ਦੇ ਨਾਲ ਦਿਖਾਏ ਜਾਂਦੇ ਹਨ। 7C ਦਾ ਮਤਲਬ ਹੈ, ਪਹਿਲੀ C ਦਾ ਮਤਲਬ ਹੈ ਸੰਪੂਰਨਤਾ, ਸੰਖੇਪਤਾ ਦਾ ਗੁਣ, ਧਿਆਨਯੋਗਤਾ, ਸਪਸ਼ਟਤਾ, ਨਿਗਰਤਾ, ਸ਼ਿਸ਼ਟਾਚਾਰ, ਸ਼ੁੱਧਤਾ। ਇਹ ਜਿਹੜੇ 7C ਦੇ ਸਿਧਾਂਤ ਹਨ, ਇਹੀ ਹੀ ਪ੍ਰਭਾਵਸ਼ਾਲੀ ਸੰਚਾਰ ਨੂੰ ਅਸਰਦਾਰ ਬਣਾ ਦਿੰਦੇ ਹਨ। ਅਗਰ ਇਹਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਜਾਵੇਗੀ ਤਾਂ ਇਹੀ ਪ੍ਰਭਾਵਸ਼ਾਲੀ ਸੰਚਾਰ 'ਤੇ ਰੁਕਾਵਟਾਂ ਵੀ ਪੈਦਾ ਕਰਦੇ ਹਨ। ਪ੍ਰਭਾਵਸ਼ਾਲੀ ਸੰਚਾਰ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਰੁਕਾਵਟਾਂ ਹਨ, ਉਹ ਮੁੱਖ ਤੌਰ 'ਤੇ ਕਈ ਕਾਰਕ ਹਨ। ਮੌਕੇ ਦੇ ਮੁਤਾਬਕ ਸੰਚਾਰ 'ਤੇ ਅਸਰ ਪਾਉਣ ਵਾਲੇ ਕਈ ਤਰ੍ਹਾਂ ਦੇ ਕਾਰਕ ਹਨ, ਜਿਨ੍ਹਾਂ ਵਿੱਚੋਂ ਅੱਜ ਅਸੀਂ 7 ਤਰ੍ਹਾਂ ਦੇ ਕਾਰਕਾਂ ਦੇ ਬਾਰੇ ਗੱਲ ਕਰਾਂਗੇ, ਜਿਹੜੇ ਕਿ ਪ੍ਰਭਾਵਸ਼ਾਲੀ ਸੰਚਾਰ 'ਤੇ ਰੁਕਾਵਟਾਂ ਪੈਦਾ ਕਰਦੇ ਹਨ। ਉਹਦੇ ਵਿੱਚ ਪਹਿਲਾ ਹੈਗਾ ਵਾਯੂਮੰਡਲ ਕਾਰਕ। ਵਾਯੂਮੰਡਲ ਕਾਰਕ ਉਹ ਕਾਰਕ ਹੁੰਦਾ ਹੈ ਜਿਹੜਾ ਕਿ ਸਾਡਾ ਵਾਤਾਵਰਣ ਦੇ ਨਾਲ ਰਿਲੇਟਡ ਹੈ। ਵਾਤਾਵਰਣ ਵਿੱਚ ਕਈ ਤਰ੍ਹਾਂ ਦੀ ਰੁਕਾਵਟਾਂ ਹਨ, ਜਿਵੇਂ ਕਿ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਜਾਂ ਕਮਿਊਨੀਕੇਸ਼ਨ ਸੰਚਾਰ ਕਰਦੇ ਹਾਂ, ਅਤੇ ਜਿਹੜਾ ਸਾਡਾ ਵਾਤਾਵਰਣ ਵਿੱਚ ਪੈਣ ਵਾਲਾ ਸ਼ੋਰ ਸ਼ਰਾਬਾ ਹੈ, ਉਹ ਸਾਨੂੰ ਕਿਸੇ ਨੂੰ ਆਪਣੀ ਗੱਲ ਸਮਝਾਉਣ ਵਿੱਚ ਰੁਕਾਵਟ ਪੈਦਾ ਕਰਦਾ ਹੈ। ਜਿਵੇਂ ਕਿ ਸਾਡੇ ਲਾਗੇ ਵੱਜ ਰਿਹਾ ਸਪੀਕਰ, DJ, ਜਾਂ ਸਾਡੇ ਲਾਗੇ ਕੋਈ ਉੱਚੀ ਆਵਾਜ਼ ਨਾਲ ਕਰ ਰਿਹਾ ਗੱਲ, ਉਹ ਸਾਨੂੰ ਆਪਣੀ ਗੱਲ ਰਿਸੀਵਰ ਨੂੰ ਸਮਝਾਉਣ ਵਿੱਚ ਰੁਕਾਵਟ ਪੈਦਾ ਕਰਦਾ ਹੈ। ਅਸੀਂ ਇਸ ਨੂੰ ਕਿਵੇਂ ਦੂਰ ਕਰਾਂਗੇ? ਇਸ ਨੂੰ ਦੂਰ ਕਰਨ ਦਾ ਤਰੀਕਾ ਇਹ ਕਿ ਅਸੀਂ ਖੁਦ ਉਸ ਜਗ੍ਹਾ ਤੋਂ ਸਾਈਡ 'ਤੇ ਹੋ ਕੇ ਉਸ ਦੇ ਨਾਲ ਗੱਲਬਾਤ ਕਰੀਏ, ਰਿਸੀਵਰ ਨੂੰ ਆਪਣੀ ਗੱਲਬਾਤ ਸਮਝਾਈਏ। ਦੂਸਰਾ ਹੁੰਦਾ ਹੈ ਵਾਤਾਵਰਣ ਦੇ ਵਿੱਚ ਪੈਣ ਵਾਲਾ ਭੌਤਿਕ ਰੁਕਾਵਟਾਂ। ਭੌਤਿਕ ਰੁਕਾਵਟਾਂ ਕੀ ਹੁੰਦੀਆਂ ਹਨ? ਭੌਤਿਕ ਰੁਕਾਵਟਾਂ ਉਹ ਰੁਕਾਵਟਾਂ ਹੁੰਦੀਆਂ ਹਨ ਜਿਵੇਂ ਅਸੀਂ ਖੁਦ ਬਣਾਈ ਹੋਈ ਚੀਜ਼, ਮਕਾਨ, ਕੁਦਰਤੀ ਬਣੇ ਹੋਏ ਪਹਾੜ, ਨਦੀਆਂ, ਨਾਲੇ, ਇਹ ਸਾਰੇ ਭੌਤਿਕ ਰੁਕਾਵਟਾਂ ਹਨ। ਭੌਤਿਕ ਰੁਕਾਵਟਾਂ ਸਾਡੇ ਕਮਿਊਨੀਕੇਸ਼ਨ ਜਾਂ ਸੰਚਾਰ ਦੇ ਵਿੱਚ ਜਿਹੜੇ ਸਾਡੇ ਸੰਕੇਤ ਜਾਂ ਸਿਗਨਲ ਜਾਂਦੇ ਹਨ, ਉਹਨਾਂ ਨੂੰ ਕਮਜ਼ੋਰ ਕਰ ਦਿੰਦੇ ਹਨ। ਕਮਜ਼ੋਰ ਹੋਣ ਦੇ ਨਾਲ ਰਿਸੀਵਰ ਸਾਡੀ ਗੱਲ ਨੂੰ ਸਹੀ ਤਰੀਕੇ ਨਾਲ ਨਹੀਂ ਸਮਝ ਪਾਉਂਦਾ ਹੈ। ਅਗਲੀ ਰੁਕਾਵਟ ਹੈ
ਵਿਚਾਰਧਾਰਕ ਕਾਰਕ ਇਹ ਹੈ ਕਿ ਮੇਰਾ ਵਿਚਾਰ ਦੂਜੇ ਦੇ ਨਾਲ ਨਹੀਂ ਮਿਲਣਾ। ਜੇ ਮੈਂ ਰਿਸੀਵਰ ਨੂੰ ਆਪਣੀ ਗੱਲ ਸਮਝਾ ਰਿਹਾ ਹਾਂ ਤੇ ਮੈਂ ਅਗਰ ਉਸ ਨੂੰ ਆਪਣੀ ਗੱਲ ਨੂੰ ਜ਼ਬਰਦਸਤੀ ਉੱਤੇ ਥੋਪ ਦਿੰਦਾ ਹਾਂ ਤੇ ਉਹ ਵਿਚਾਰਧਾਰਕ ਕਾਰਕ ਆਉਂਦਾ, ਜਿਸ ਨੂੰ ਆਪਾਂ ਐਟੀਟਿਊਡ ਫੈਕਟਰ ਕਹਿੰਦੇ ਹਾਂ। ਇਹ ਜਿਹੜੀ ਚੀਜ਼ ਹੈ, ਅਸੀਂ ਰਿਸੀਵਰ ਦੀ ਭਾਵਨਾ ਨੂੰ ਖੁਦ ਸਮਝਣਾ ਹੈ, ਨਾਲੇ ਆਪਣੀ ਭਾਵਨਾ ਨੂੰ ਉਹਦੇ ਸਾਹਮਣੇ ਪ੍ਰਗਟ ਕਰਨਾ ਹੈ, ਜਿਸ ਦੇ ਨਾਲ ਅਸੀਂ ਤਾਲਮੇਲ ਦੇ ਨਾਲ ਆਪਣੀ ਗੱਲਬਾਤ ਉਸ ਨੂੰ ਸਮਝਾ ਸਕੀਏ। ਦੂਸਰਾ ਆਉਂਦਾ ਹੈ ਸਿਸਟਮ ਡਿਜ਼ਾਈਨ। ਸਿਸਟਮ ਡਿਜ਼ਾਈਨ ਦੇ ਵਿੱਚ ਸਾਡਾ ਸਮਾਂ ਹੈ। ਸਮੇਂ ਦੇ ਹਿਸਾਬ ਨਾਲ ਇਹ ਹੈ ਕਿ ਜਦੋਂ ਅਸੀਂ ਸੰਚਾਰ ਵਿੱਚ ਆਪਣੀ ਗੱਲਬਾਤ ਨੂੰ ਲੰਮੇ ਤੌਰ 'ਤੇ ਨਾਲ ਦੂਜੇ ਨੂੰ ਸਮਝਾਉਂਦੇ ਹਾਂ, ਵੱਧ ਸਮਾਂ ਲੈਂਦੇ ਹਾਂ, ਤੇ ਉਹ ਸਾਡੀ ਗੱਲ ਨੂੰ ਸਮਝਣ ਵਿੱਚ ਪ੍ਰੋਬਲਮ ਉਹਨੂੰ ਆਉਂਦੀ ਹੈ। ਦੂਜਾ ਕੀ ਹੈ, ਉਹ ਸਾਡੀ ਗੱਲ ਨੂੰ ਇਗਨੋਰ ਕਰਦਾ ਹੈ। ਜਿਵੇਂ ਕਿ ਅਸੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਉਸ ਦੇ ਉੱਤੇ ਕੰਮ ਦਾ ਦਬਾਅ ਪਾ ਦਿੰਦੇ ਹਾਂ, ਫਿਰ ਉਹ ਕੀ ਹੈ, ਉਸ ਕੰਮ ਨੂੰ ਕਰਨ ਵਿੱਚ ਲਾਪਰਵਾਹੀ ਦਿਖਾਉਂਦਾ ਹੈ। ਇਸ ਕਰਕੇ ਜੋ ਵੀ ਅਸੀਂ ਗੱਲਬਾਤ ਕਰਨੀ ਹੁੰਦੀ ਹੈ, ਉਸ ਨੂੰ ਸਮੇਂ ਵਿੱਚ ਰਹਿ ਕੇ ਹੀ ਔਰ ਘੱਟ ਤੋਂ ਘੱਟ ਸਮਾਂ ਲਗਾ ਕੇ ਉਸ ਨੂੰ ਸਮਝਾਇਆ ਜਾਵੇ। ਅਗਲੀ ਆਉਂਦੀ ਹੈ ਵਿਅਕਤੀਗਤ ਭਾਸ਼ਾ ਦੀ ਯੋਗਤਾ। ਵਿਅਕਤੀਗਤ ਭਾਸ਼ਾ ਦੀ ਯੋਗਤਾ ਹੈ, ਜਿਵੇਂ ਕੋਈ ਬੰਦਾ ਆਪਣੀ ਗੱਲਬਾਤ ਕਰਦਾ ਸਮੇਂ ਅਕਸ਼ਰਾਂ ਦੀ ਸਹੀ ਵਰਤੋਂ ਨਹੀਂ ਕਰ ਪਾਉਂਦਾ, ਜਾਂ ਉਹ ਆਪਣੀ ਆਵਾਜ਼ ਨੂੰ ਤੋਤਲੇਪਨ ਵਿੱਚ ਬੋਲਦਾ ਹੈ, ਉਹ ਆਪਣੀ ਭਾਸ਼ਾ ਨੂੰ ਜਾਂ ਆਪਣੀ ਗੱਲ ਨੂੰ ਸਹੀ ਤਰੀਕੇ ਨਾਲ ਰਿਸੀਵਰ ਨੂੰ ਨਹੀਂ ਸਮਝਾਉਂਦਾ ਹੈ, ਜਿਸ ਦੇ ਨਾਲ ਰਿਸੀਵਰ ਉਸ ਮੈਸੇਜ ਨੂੰ ਬਾਰ-ਬਾਰ ਕਹਿਣ ਦੇ ਲਈ ਕਹਿੰਦਾ ਹੈ। ਉਹ ਬਾਰ-ਬਾਰ ਕਹਿਣ ਦੇ ਨਾਲ ਰਿਪੀਟ ਹੁੰਦਾ ਹੈ, ਜਿਸ ਦੇ ਨਾਲ ਸਮਾਂ ਆਪਣਾ ਮੈਸੇਜ ਭੇਜਣ ਵਿੱਚ ਜ਼ਿਆਦਾ ਸਮੇਂ ਲੱਗਦਾ ਹੈ, ਔਰ ਉਸ ਦੇ ਵਿੱਚ ਕਰੈਕਸ਼ਨ ਰੈਪੀਟੇਸ਼ਨ ਜ਼ਿਆਦਾ ਹੁੰਦੀ ਹੈ। ਇਸ ਕਰਕੇ ਉਹ ਭਾਸ਼ਾ ਵੀ ਸਾਡੇ ਸੰਚਾਰ ਦੇ ਵਿੱਚ ਰੁਕਾਵਟ ਹੈ। ਸਾਨੂੰ ਆਪਣੀ ਅਗਲੀ ਹੈਗੀ ਹੈ ਕਿ ਭਾਸ਼ਾ ਸੰਬੰਧੀ ਅੰਤਰ। ਜਿਵੇਂ ਕਿ ਅਸੀਂ ਪੰਜਾਬ ਸਟੇਟ ਦੇ ਸੂਬੇ ਦੇ ਨਾਲ ਰਿਲੇਟਿਡ ਹਾਂ। ਜੇ ਅਸੀਂ ਕੇਰਲਾ, ਕਰਨਾਟਕਾ ਜਾਂ ਤਮਿਲਨਾਡੂ ਵਾਲੇ ਕਿਸੇ ਵਿਅਕਤੀ ਨੂੰ ਆਪਣੀ ਗੱਲ ਸਮਝਾਉਣੀ ਹੈ ਤਾਂ ਉਸ ਦੇ ਵਿੱਚ ਭਾਸ਼ਾ ਦੇ ਨਾਲ ਰੁਕਾਵਟ ਆਉਂਦੀ ਹੈ। ਉਸ ਭਾਸ਼ਾ ਦੇ ਨਾਲ ਰੁਕਾਵਟ ਆਉਣ ਦੇ ਨਾਲ ਅਸੀਂ ਉਸ ਨੂੰ ਆਪਣੀ ਗੱਲ ਸਹੀ ਤਰੀਕੇ ਨਾਲ ਨਹੀਂ ਸਮਝਾ ਪਾਉਂਦੇ। ਅੱਗੇ ਉਹ ਸਾਡੀ ਗੱਲ ਨੂੰ ਸਹੀ ਤਰੀਕੇ ਨਾਲ ਸਮਝ ਕੇ ਸਾਨੂੰ ਉਸ ਦੀ ਪ੍ਰਤੀਪੁਸ਼ਟੀ ਜਾਂ ਫੀਡਬੈਕ ਨਹੀਂ ਦੇ ਪਾਉਂਦਾ। ਇਸ ਕਰਕੇ ਜਾਂ ਤਾਂ ਸਾਨੂੰ ਇੱਕ ਕਾਮਨ ਲੈਂਗੁਏਜ ਵਿੱਚ ਸਮਝਾਉਣਾ ਚਾਹੀਦਾ, ਜਿਵੇਂ ਕਿ ਹਿੰਦੀ ਭਾਸ਼ਾ ਹੈ ਜਾਂ ਇੰਗਲਿਸ਼ ਭਾਸ਼ਾ ਹੈ। ਉਸ ਭਾਸ਼ਾ ਦੇ ਨਾਲ ਅਸੀਂ ਉਸ ਨੂੰ ਆਪਣੀ ਗੱਲਬਾਤ ਸਮਝਾ ਸਕਦੇ ਹਾਂ, ਜਿਹੜਾ ਕਿ ਸੈਂਡਰ ਔਰ ਰਿਸੀਵਰ ਦੋਨੇ ਉਸ ਭਾਸ਼ਾ ਦੇ ਜਾਣਕਾਰ ਹੋਣ। ਉਸ ਤੋਂ ਬਾਅਦ ਆਉਂਦਾ ਹੈ ਕਮਜ਼ੋਰ ਯਾਦਦਾਸ਼ਤ ਦੇ ਵਿੱਚ ਜਿਵੇਂ ਕਿਸੇ ਨੇ ਮੈਨੂੰ ਕੋਈ ਗੱਲ ਦੱਸੀ ਹੋਵੇ ਤੇ ਮੈਂ ਉਸ ਨੂੰ ਭੁੱਲ ਗਿਆ ਹੋਵਾਂ, ਉਹ ਮੈਂ ਆਪਣੇ ਗੱਲ ਨੂੰ ਕਾਫੀ ਦੇਰ ਦੇ ਬਾਅਦ ਦੱਸਦਾ ਭੁੱਲ ਜਾਂਦਾ ਹਾਂ। ਉਹ ਵੀ ਮੇਰੀ ਪ੍ਰਭਾਵਸ਼ਾਲੀ ਸੰਚਾਰ ਵਿੱਚ ਰੁਕਾਵਟ ਹੁੰਦੀ ਹੈ। ਦੂਸਰਾ ਹੈ ਧਿਆਨ ਨਹੀਂ ਦੇਣਾ। ਜਦੋਂ ਮੈਂ ਕਿਸੇ ਨੂੰ ਆਪਣਾ ਸੁਨੇਹਾ ਦੇ ਰਿਹਾ ਹਾਂ ਜਾਂ ਗੱਲਬਾਤ ਕਰ ਰਿਹਾ ਹਾਂ ਜਾਂ ਸਮੇਂ ਤੋਂ ਵੱਧ ਕੋਈ ਚੀਜ਼ ਨੂੰ ਸਮਝਾਉਣ ਵਿੱਚ ਟਾਈਮ ਲੱਗ ਜਾਂਦਾ ਹੈ ਤੇ ਸਾਹਮਣੇ ਸੁਣਨ ਵਾਲਾ ਵਿਅਕਤੀ ਉਸ ਚੀਜ਼ 'ਤੇ ਧਿਆਨ ਨਹੀਂ ਜ਼ਿਆਦਾ ਦੇਰ ਦੇ ਪਾਉਂਦਾ। ਦੂਸਰਾ, ਜੇ ਮੈਂ ਕਿਸੇ ਦੀ ਗੱਲ ਸੁਣ ਰਿਹਾ ਤੇ ਮੈਂ ਉਸ ਗੱਲ ਦੇ ਵੱਲ ਧਿਆਨ ਨਹੀਂ ਦੇ ਰਿਹਾ ਹਾਂ, ਤਾਂ ਵੀ ਅਸੀਂ ਉਸ ਵਿੱਚ ਸੰਚਾਰ ਵਿੱਚ ਉਸ ਚੀਜ਼ ਦੀ ਰੁਕਾਵਟ ਨੂੰ ਜ਼ਾਹਿਰ ਕਰ ਸਕਦੇ ਹਾਂ। ਅਗਰ ਮੈਂ ਕਿਸੇ ਨੂੰ ਧਿਆਨ ਨਾਲ ਨਹੀਂ ਸੁਣ ਰਿਹਾ ਹਾਂ ਤੇ ਉਹ ਜਦੋਂ ਮੈਨੂੰ ਕਹੂਗਾ ਕਿ ਤੁਸੀਂ ਧਿਆਨ ਨਾਲ ਮੇਰੀ ਗੱਲ ਨੂੰ ਨਹੀਂ ਸੁਣ ਰਹੇ, ਤਾਂ ਅਸੀਂ ਉਸ ਚੀਜ਼ ਦੇ ਲਈ ਮਾਫੀ ਵੀ ਮੰਗ ਸਕਦੇ ਹਾਂ ਤੇ ਅਸੀਂ ਉਸ ਚੀਜ਼ ਨੂੰ ਧਿਆਨ ਨਾਲ ਸੁਣ ਸਕੀਏ। ਇਹ ਸਾਰੀਆਂ ਰੁਕਾਵਟਾਂ ਸਾਡੇ ਪ੍ਰਭਾਵਸ਼ਾਲੀ ਸੰਚਾਰ ਵਿੱਚ ਪ੍ਰਭਾਵ ਪਾਉਂਦੀਆਂ ਹਨ। ਹੁਣ ਇੱਕ ਆਉਂਦਾ ਇਮੋਸ਼ਨਲ ਸਟੇਟ, ਜਜ਼ਬਾਤਪੂਰਨ ਸਥਿਤੀ। ਸੰਚਾਰ ਵਿੱਚ ਜਜ਼ਬਾਤ ਸਥਿਤੀ ਨੂੰ ਕਦੇ ਵੀ ਜ਼ਾਹਿਰ ਨਹੀਂ ਕਰਨਾ ਚਾਹੀਦਾ ਹੈ। ਉਸ ਦੇ ਨਾਲ ਸਾਡੇ ਕਮਿਊਨੀਕੇਸ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਦੂਸਰਾ, ਸਾਡੀ ਚੀਜ਼ ਨੂੰ ਉਹ ਬੰਦਾ ਹੈਰਾਨੀ ਦੇ ਨਾਲ ਸਮਝਦਾ ਹੈ ਤੇ ਅਸੀਂ ਆਪਣੇ ਵਿਚਾਰ ਨੂੰ ਪ੍ਰਗਟਾਵਾ ਕਰਨ ਦੇ ਵਿੱਚ ਮੁਸ਼ਕਿਲ ਪੈਦਾ ਕਰ ਸਕਦੇ ਹਾਂ, ਕਿਉਂਕਿ ਉਸ ਵਕਤ ਸਾਡੇ ਮਨ ਦੀ ਅਵਸਥਾ ਅਸਥਿਰ ਹੁੰਦੀ ਹੈ। ਕਿਉਂਕਿ ਜਦੋਂ ਕੋਈ ਕਿਸੇ ਦੇ ਘਰ ਖੁਸ਼ੀ ਗਮੀ ਦੀ ਸਥਿਤੀ ਪੈਦਾ ਹੁੰਦੀ ਹੈ
ਤੇ ਅਸੀਂ ਦੁਖੀ ਦੇ ਵੇਲੇ ਅਗਰ ਆਪਣੀ ਗੱਲ ਨੂੰ ਉਸਦੇ ਸਾਹਮਣੇ ਪ੍ਰਗਟ ਕਰਦੇ ਹਾਂ ਤੇ ਉਹ ਸਾਡੀ ਗੱਲ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਸੁਣਦਾ ਤੇ ਉਹ ਸਾਡੀ ਕਮਿਊਨੀਕੇਸ਼ਨ ਦੇ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਰੁਕਾਵਟ ਪੈਦਾ ਹੋਣ ਦੇ ਨਾਲ ਕੀ ਹੁੰਦਾ, ਸਾਡਾ ਜਿਹੜਾ ਸੰਚਾਰ ਹੈ ਜਾਂ ਸੁਨੇਹਾ ਹੈ ਉਸ ਰਿਸੀਵਰ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚ ਸਕਦਾ। ਇਹਨਾਂ ਰੁਕਾਵਟਾਂ ਨੂੰ ਅਸੀਂ ਦੂਰ ਕਰਨ ਦੇ ਲਈ ਜਿਹੜੀਆਂ ਇਹਨਾਂ ਰੁਕਾਵਟਾਂ ਵਿੱਚ ਪ੍ਰੋਬਲਮ ਆ ਰਹੀਆਂ ਹਨ ਉਸ ਨੂੰ ਅਸੀਂ ਦੂਰ ਕਰ ਸਕਦੇ ਹਾਂ। ਇਹਨਾਂ ਚੀਜ਼ਾਂ ਦੇ ਨਾਲ ਹੀ ਅਗਰ ਤੁਹਾਨੂੰ ਕਿਸੇ ਚੀਜ਼ ਦੀ ਕੋਈ ਸਮਝ ਨਹੀਂ ਆਉਂਦੀ ਤਾਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅੱਗੇ ਅਗਲਾ ਲੈਸਨ ਅਸੀਂ ਆਉਣ ਵਾਲੇ ਟਾਈਮ 'ਚ ਅਗਲਾ ਵੀਡੀਓ ਦੁਬਾਰੇ ਫਿਰ ਸ਼ੇਅਰ ਕਰਾਂਗੇ। ਧੰਨਵਾਦ।